Yes, students. The rise of nationalism in Europe ਆਪਾਂ ਪੜ੍ਹ ਰਹੇ ਹਾਂ। ਆਪਾਂ ਟੌਪਿਕ ਪੜ੍ਹ ਰਹੇ ਸੀ ਲਿਬਰਲ ਨੈਸ਼ਨਲਿਜ਼ਮ ਦਾ। ਇਹਦੇ 'ਚ ਅਸੀਂ ਦੇਖਿਆ ਹੈ ਕਿ ਇਕਨੋਮਿਕ ਲਿਬਰਲਿਜ਼ਮ ਕੀ ਹੁੰਦਾ ਹੈ। ਇਕਨੋਮਿਕ ਲਿਬਰਲਿਜ਼ਮ ਦੇ ਵਿੱਚ ਟ੍ਰੇਡਰਸ ਡਿਮਾਂਡ ਕਰਦੇ ਸੀਗੇ ਕਿ ਸਾਡਾ ਜੋ ਵੀ ਟ੍ਰੇਡ ਦੇ ਉੱਪਰ ਟੈਕਸ ਹੈ ਉਹ ਖਤਮ ਕੀਤਾ ਜਾਣਾ ਚਾਹੀਦਾ ਹੈ। ਜੋ ਵੀ ਕਸਟਮ ਬੈਰੀਅਰਸ ਨੇ, ਜੋ ਟੈਕਸ ਲੱਗਦਾ ਹੈ ਅਲੱਗ-ਅਲੱਗ ਬਾਰਡਰ ਦੇ ਉੱਪਰ, ਉਹ ਸਾਰੇ ਖਤਮ ਕੀਤੇ ਜਾਣੇ ਚਾਹੀਦੇ ਨੇ। ਐਗਜ਼ਾਮਪਲ ਹੈ ਸਾਡੇ ਕੋਲ ਜਰਮਨ ਸਪੀਕਿੰਗ ਏਰੀਆਜ਼ ਦੀ ਮਿਡ 19th ਸੈਂਚਰੀ ਦੇ ਵਿੱਚ ਇੱਕ ਕਨਫੈਡਰੇਸ਼ਨ ਸੀ। ਕਨਫੈਡਰੇਸ਼ਨ ਹੁੰਦਾ ਯੂਨੀਅਨ, ਸੰਘ ਸੀਗਾ। 39 ਜਰਮਨ ਸਟੇਟਸ ਨੂੰ ਮਿਲਾ ਕੇ ਕਨਫੈਡਰੇਸ਼ਨ ਬਣਾਈ ਸੀਗੀ ਨੈਪੋਲੀਅਨ ਨੇ, ਜਦੋਂ ਨੈਪੋਲੀਅਨ ਨੇ ਅਟੈਕ ਕੀਤਾ ਸੀਗਾ ਜਰਮਨ ਸਪੀਕਿੰਗ ਏਰੀਆਜ਼ ਦੇ ਵਿੱਚ। ਲੇਕਿਨ ਪ੍ਰੋਬਲਮ ਕੀ ਸੀਗੀ ਕਿ ਇਹਨਾਂ 39 ਜਰਮਨ ਸਪੀਕਿੰਗ ਟੈਰੀਟਰੀਜ਼ ਦੇ ਵਿੱਚ ਜਿਹੜਾ ਹੈ ਅਲੱਗ-ਅਲੱਗ ਟਾਈਪ ਦੀ ਕਰੰਸੀ ਸੀ, ਪਲੱਸ ਇੱਥੇ ਮੈਜਰਮੈਂਟ ਸਿਸਟਮ ਅਲੱਗ-ਅਲੱਗ ਸੀਗਾ ਔਰ ਇੱਥੇ ਵੇਟ ਸਿਸਟਮ ਵੀ ਅਲੱਗ-ਅਲੱਗ ਸੀਗਾ। ਦੈਨ ਕਸਟਮ ਬੈਰੀਅਰਸ ਹਰ ਇੱਕ ਸਟੇਟ ਦੇ ਉੱਪਰ ਜਿਹੜਾ ਟ੍ਰੇਡਰ ਨੂੰ ਲੰਘਣ ਵਾਸਤੇ ਇੱਕ ਟੈਕਸ ਪੇ ਕਰਨਾ ਪੈਂਦਾ ਸੀ। ਆਪਣੀ ਚੀਜ਼ਾਂ ਦੇ ਉੱਪਰ ਟੈਕਸ ਪੇ ਕਰਕੇ ਦੂਜੀ ਸਟੇਟ 'ਚੋਂ ਦਾਖਲ ਹੋ ਸਕਦਾ ਸੀ। ਸੋ ਇਹ ਕਾਫੀ ਵੱਡੀ ਪ੍ਰੋਬਲਮ ਸੀਗੀ ਟ੍ਰੇਡਰਸ ਲਈ। ਇੱਥੇ ਅਸੀਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਮੈਜਰਮੈਂਟ ਜਿਹੜੀ ਹੈ ਉਹ ਡਿਫਰੈਂਟ ਟਾਈਪਸ ਦੀ ਸੀਗੀ ਜਰਮਨ ਸਪੀਕਿੰਗ ਟੈਰੀਟਰੀਜ਼ ਦੇ ਵਿੱਚ। ਇੱਕ ਐਗਜ਼ਾਮਪਲ ਹੈ ਸਾਡੇ ਕੋਲ ਐਲ ਏ ਦੀ। ਐਲ ਏ ਕੀ ਸੀਗਾ? ਇੱਕ ਤਰ੍ਹਾਂ ਦਾ ਇੱਕ ਮੈਜਰਮੈਂਟ ਟੂਲ ਸੀਗਾ ਜਿਹਦੇ ਨਾਲ ਕਿ ਕਲੋਥ ਨੂੰ ਮੈਜਰ ਕੀਤਾ ਜਾਂਦਾ ਸੀ। ਜਿਵੇਂ ਹਿੰਦੁਸਤਾਨ ਦੇ ਵਿੱਚ ਆਪਾਂ ਮੈਜਰ ਕਰਦੇ ਕਲੋਥ ਨੂੰ ਮੀਟਰ ਦੇ ਨਾਲ, 1 ਮੀਟਰ 'ਚ 100 ਸੈਂਟੀਮੀਟਰ ਹੁੰਦੇ ਆ। ਉਸ ਟਾਈਮ 'ਤੇ ਯੂਰਪ ਦੇ ਵਿੱਚ ਐਲ ਏ ਨਾਮ ਦਾ ਮੈਜਰਮੈਂਟ ਟੂਲ ਸੀਗਾ। ਲੇਕਿਨ ਪ੍ਰੋਬਲਮ ਕੀ ਸੀ ਕਿ ਹਰ ਇੱਕ ਜਰਮਨ ਸਪੀਕਿੰਗ ਸਟੇਟ ਦੇ ਵਿੱਚ ਉਸ ਐਲ ਏ ਦੀ ਮੈਜਰਮੈਂਟ ਵੱਖਰੀ ਵੱਖਰੀ ਸੀ। ਕੁਛ ਜਰਮਨ ਸਟੇਟਸ ਦੇ ਵਿੱਚ ਇੱਕ ਐਲ ਏ 54 ਸੈਂਟੀਮੀਟਰ ਦੇ ਕਰੀਬ ਸੀਗਾ। ਅਗਰ ਦੂਜੀ ਕਿਸੇ ਸਟੇਟ ਜਰਮਨ ਸਟੇਟ 'ਚ ਚਲੇ ਜਾਓ ਤਾਂ ਉੱਥੇ ਉਹੀ 57 ਸੈਂਟੀਮੀਟਰ ਦਾ ਹੋ ਜਾਂਦਾ ਸੀ ਐਲ ਏ। ਅਗਰ ਅਸੀਂ ਤੀਸਰੀ ਕਿਸੇ ਸਟੇਟ 'ਚ ਦਾਖਲ ਹੁੰਦੇ ਸਾਂ ਤਾਂ ਸੇਮ ਐਲ ਏ ਜਿਹੜਾ ਹੈ ਉਹ 65 ਸੈਂਟੀਮੀਟਰ ਦੇ ਕਰੀਬ ਹੋ ਜਾਂਦਾ ਸੀ। ਇੱਦਾਂ ਵੇਰੀਏਸ਼ਨ ਸੀਗੀ। ਇੱਕ ਹੀ ਐਲ ਏ ਜਿਹੜਾ ਹੈ ਉਹਨੂੰ ਡਿਫਰੈਂਟ ਤਰੀਕੇ ਨਾਲ ਮੈਜਰ ਕੀਤਾ ਜਾਂਦਾ ਸੀ ਹਰ ਇੱਕ ਜਰਮਨ ਸਟੇਟ ਦੇ ਵਿੱਚ। ਸੋ ਇਸ ਕਰਕੇ ਟ੍ਰੇਡਰਸ ਨੂੰ ਉੱਥੇ ਜਾ ਕੇ ਆਪਣਾ ਕੱਪੜਾ ਵੇਚਣ 'ਚ ਕਾਫੀ ਪ੍ਰੋਬਲਮ ਆ ਰਹੀ ਸੀ। ਪਲੱਸ ਜਿਹੜਾ ਵੀ ਟੈਕਸ ਲੱਗਦਾ ਸੀਗਾ ਹਰ ਇੱਕ ਸਟੇਟ 'ਚ ਐਂਟਰ ਹੋਣ 'ਤੇ, ਉਹ ਟੈਕਸ ਵੀ ਜਿਹੜਾ ਹੈ ਮੈਜਰਮੈਂਟ ਨੂੰ ਦੇਖ ਕੇ ਲਗਾਉਂਦੇ ਸੀਗੇ। ਸੋ ਇਹ ਟੈਕਸ ਵੱਧਦਾ ਘਟਦਾ ਰਹਿੰਦਾ ਸੀਗਾ ਕਿਉਂਕਿ ਐਲ ਏ ਦੀ ਜਿਹੜੀ ਮੈਜਰਮੈਂਟ ਸੀ ਹਰ ਇੱਕ ਸਟੇਟ ਦੇ ਵਿੱਚ ਡਿਫਰੈਂਟ ਸੀਗੀ। ਸੋ ਇਹਨੂੰ ਸੌਟ ਆਊਟ ਕਰਨ ਦੇ ਲਈ ਜਿਹੜਾ ਹੈ ਉਹ ਡਿਮਾਂਡ ਕਰ ਰਹੇ ਸੀਗੇ ਕਿ ਸਾਡੇ ਜਿੰਨੀਆਂ ਵੀ ਇਕਨੋਮਿਕ ਬੈਰੀਅਰਸ ਨੇ ਉਹ ਹਟਾਏ ਜਾਣ, ਟੈਕਸ ਜਿਹੜੇ ਨੇ ਉਹ ਦੂਰ ਕੀਤੇ ਜਾਣ, ਕਰੰਸੀਜ਼ ਸੇਮ ਕੀਤੀਆਂ ਜਾਣ, ਸੇਮ ਹੀ ਕਰੰਸੀ ਹੋਏ ਸਾਰੀਆਂ ਸਟੇਟ ਦੇ ਵਿੱਚ, ਔਰ ਜਿਹੜਾ ਮੈਜਰਮੈਂਟ ਸਿਸਟਮ ਹੈ ਉਹ ਵੀ ਸੇਮ ਹੋਏ ਤਾਂ ਕਿ ਅਸੀਂ ਫਰੀਲੀ ਟਰੇਡ ਕਰ ਸਕੀਏ। ਉਹਨਾਂ ਦੀ ਇਸ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ ਉਹਨਾਂ ਦੇ ਆਸ-ਪਾਸ ਹੀ ਇੱਕ ਬਹੁਤ ਵੱਡਾ ਪਾਵਰਫੁਲ ਰੂਲ ਸੀਗਾ, ਬਹੁਤ ਪਾਵਰਫੁਲ ਐਮਪਾਇਰ ਸੀਗਾ ਪ੍ਰਸ਼ੀਆ ਦਾ। ਪ੍ਰਸ਼ੀਆ ਇੱਕ ਜਰਮਨ ਸਪੀਕਿੰਗ ਕੰਟਰੀ ਹੈ, ਹੁਣ ਨਹੀਂ ਹੈਗਾ ਲੇਕਿਨ ਉਸ ਟਾਈਮ 'ਤੇ ਮਿਡ 19th ਸੈਂਚਰੀ 'ਚ ਹੁੰਦਾ ਸੀ। ਪ੍ਰਸ਼ੀਆ ਕੰਟਰੀ ਨੇ ਅੱਗੇ ਆ ਕੇ ਜਿਹੜਾ ਹੈ ਇਹਨਾਂ ਟ੍ਰੇਡਰਸ ਦੀ ਪ੍ਰੋਬਲਮ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਔਰ ਪ੍ਰਸ਼ੀਆ ਨੇ ਆਪਣੀ ਲੀਡਰਸ਼ਿਪ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਬਣਾਈ ਜਿਹਦਾ ਨਾਮ ਸੀਗਾ ਜ਼ੋਲਬਰਿਨ। ਜ਼ੋਲਬਰਿਨ ਕੀ ਸੀਗੀ? ਇੱਕ ਤਰ੍ਹਾਂ ਦੀ ਕਸਟਮ ਯੂਨੀਅਨ ਸੀਗੀ, ਟ੍ਰੇਡ ਯੂਨੀਅਨ ਸੀਗੀ, ਇਕਨੋਮਿਕ ਯੂਨੀਅਨ ਸੀਗੀ, ਜਿਹਦੇ ਵਿੱਚ ਕਿ ਇਹ ਸਾਰੀਆਂ ਹੀ ਜਰਮਨ ਸਪੀਕਿੰਗ ਟੈਰੀਟਰੀਜ਼ ਨੂੰ ਮੈਂਬਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਜ਼ਿਆਦਾਤਰ ਜਰਮਨ ਸਪੀਕਿੰਗ ਸਟੇਟਸ ਜਿਹੜੀਆਂ ਸੀ ਉਹਦੀਆਂ ਮੈਂਬਰ ਬਣੀਆਂ ਜ਼ੋਲਬਰਿਨ ਦੇ, ਔਰ ਇਹਦੇ ਵਿੱਚ ਜਿਹੜਾ ਹੈ ਪ੍ਰੋਪਰ ਰਿਟਨ ਰੂਲਸ ਬਣਾਏ ਗਏ ਕਿ ਕਿਸ ਤਰ੍ਹਾਂ ਦੇ ਨਾਲ ਟ੍ਰੇਡ ਹੋਏਗਾ ਇਹਨਾਂ ਜਰਮਨ ਸਪੀਕਿੰਗ ਟੈਰੀਟਰੀਜ਼ ਦੇ ਵਿੱਚ, ਔਰ ਰਿਸਟ੍ਰਿਕਸ਼ਨਸ ਨੂੰ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਟ੍ਰੇਡ ਨੂੰ ਫ੍ਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੀ ਹੋਇਆ ਇਹਦੇ ਵਿੱਚ? ਟੈਰਿਫ ਬੈਰੀਅਰਸ ਵਰ ਐਂਡਡ। ਜਿੰਨੇ ਵੀ ਟੈਰਿਫ ਬੈਰੀਅਰ ਸੀਗੇ, ਜੋ ਟੈਕਸ ਵਗੈਰਾ ਲੱਗਦੇ ਸੀ, ਉਹ ਖਤਮ ਕੀਤੇ ਗਏ। ਰਿਡਿਊਸਡ ਕਰੰਸੀਜ਼ ਟੂ 2। ਪਹਿਲਾਂ ਬਹੁਤ ਟਾਈਪ ਦੀਆਂ ਕਰੰਸੀਜ਼ ਸੀਗੀਆਂ ਅਲੱਗ-ਅਲੱਗ ਸਟੇਟਸ ਦੀਆਂ, ਉਹ ਕਰੰਸੀਜ਼ ਜਿਹੜੀਆਂ ਨੇ ਘਟਾ ਕੇ ਸਿਰਫ 2 ਤਰ੍ਹਾਂ ਦੀਆਂ ਕਰੰਸੀਜ਼ ਰਹਿਣ ਦਿੱਤੀਆਂ ਗਈਆਂ ਤਾਂ ਕਿ ਟ੍ਰੇਡਰਸ ਨੂੰ ਟ੍ਰੇਡ ਕਰਨ 'ਚ ਕੋਈ ਪ੍ਰੋਬਲਮ ਨਾ ਆਏ। ਸੋ ਇਹਦੇ ਨਾਲ ਕੀ ਹੋਇਆ ਕਿ ਜਰਮਨ ਸਪੀਕਿੰਗ ਸਟੇਟਸ ਦੇ ਜਿਹੜੇ ਟ੍ਰੇਡਰਸ ਸੀ ਕਾਫੀ ਖੁਸ਼ ਹੋਏ ਔਰ ਟ੍ਰੇਡ ਜਿਹੜਾ ਪਹਿਲਾਂ ਨਾਲੋਂ ਵੀ ਜ਼ਿਆਦਾ ਵਧਣ ਫੁੱਲਣ ਲੱਗ ਗਿਆ। ਔਰ ਇਹਦੀ ਇੰਪੋਰਟੈਂਸ ਕੀ ਹੈ? ਸਾਡੇ ਕੋਲ ਕੀ ਇੰਪੋਰਟੈਂਸ ਮਿਲਦੀ ਹੈ ਸਾਨੂੰ ਜ਼ੋਲਬਰਿਨ ਯੂਨੀਅਨ ਦੀ ਕਿ ਇੱਕ ਤਰ੍ਹਾਂ ਦਾ ਪਹਿਲਾ ਸਟੈਪ ਸੀਗਾ ਜਰਮਨੀ ਨੂੰ ਯੂਨੀਫਾਈ ਕਰਨ ਦਾ। ਜ਼ੋਲਬਰਿਨ ਨੂੰ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਪਹਿਲਾ ਸਟੈਪ ਸੀਗਾ ਜਿਹਦੇ ਵਿੱਚ ਜਰਮਨੀ ਨੂੰ ਇਕਨੋਮਿਕਲੀ ਯੂਨੀਫਾਈ ਕੀਤਾ ਗਿਆ, ਇੱਕ ਕੀਤਾ ਗਿਆ, ਔਰ ਇਹਦੇ ਨਾਲ ਇਹ ਪੋਸੀਬਿਲਿਟੀ ਪੈਦਾ ਹੋ ਗਈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਪ੍ਰਸ਼ੀਆ ਨਾਮ ਦਾ ਕੰਟਰੀ ਜਿਹੜਾ ਹੈ ਉਹ ਲੀਡਰਸ਼ਿਪ ਦੇ ਨਾਲ, ਆਪਣੀ ਅਗਵਾਈ ਦੇ ਨਾਲ ਜਿਹੜਾ ਹੈ ਜਰਮਨੀ ਨਾਮ ਦਾ ਕੰਟਰੀ ਖੜਾ ਕਰ ਸਕਦਾ ਹੈ। ਸਾਰੀਆਂ ਜਰਮਨ ਸਟੇਟਸ ਨੂੰ ਮਿਲਾ ਕੇ ਉਹਨਾਂ ਦਾ ਲੀਡਰ ਬਣ ਕੇ ਪੋਲੀਟੀਕਲੀ ਵੀ ਜਰਮਨੀ ਨੂੰ ਯੂਨੀਫਾਈ ਕੀਤਾ ਜਾ ਸਕਦਾ ਹੈ। ਥੈਂਕ ਯੂ।